ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਜਨ ਬੰਦਗੀ ਕਰਨ ਵਾਲੇ ਲਈ ਮਾਸ ਇੱਕ ਪ੍ਰਕਾਰ ਦਾ ਜ਼ਹਿਰ ਹੈ, ਜੋ ਉਸ ਨੂੰ ਕਦਾਚਿਤ ਵੀ ਮਨ ਦੀ ਇਕਾਗਰਤਾ ਨਹੀਂ ਹੋਣ ਦੇਵੇਗਾ। ਜਦ ਤੱਕ ਇਕਾਗਰ ਮਨ ਨਾਲ ਨਾਮ ਨਾ ਜਪਿਆ ਜਾਵੇ, ਉਸ ਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦਾ ਸਿੱਖ ਉਹ ਹੀ ਅਖਵਾ ਸਕਦਾ ਹੈ ਜੋ ਨਾਮ ਜਪਦਾ ਹੋਵੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਖਾਲਸਾ ਵੀ ਉਹ ਹੀ ਹੈ ਜੋ ਜਾਗਤ ਜੋਤ ਜਪੈ ਨਿਸਬਾਸੁਰ। ਜੇਕਰ ਸੱਚਮੁੱਚ ਹੀ ਇਹ ਉਦਾਹਰਣ ਠੀਕ ਹਨ, ਤਾਂ ਸਾਨੂੰ ਮਾਸ ਦਾ ਤਿਆਗ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਸੋਚਣਾ ਪਵੇਗਾ ਕਿ ਜਦ ਤੱਕ ਦਇਆ ਦਾ ਨਿਵਾਸ ਮਨ ਵਿੱਚ ਨਹੀਂ ਹੁੰਦਾ, ਬੰਦਾ ਧਰਮੀ ਨਹੀਂ ਬਣ ਸਕਦਾ। ਦਇਆ ਹੀ ਧਰਮ ਦਾ ਮੂਲ ਹੈ। ਤਦੇ ਤਾਂ ਪੰਜ ਪਿਆਰੇ ਸਾਜਣ ਲੱਗਿਆਂ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਹੀ ਬਲੀਦਾਨ ਦਿੱਤਾ ਸੀ, ਤੇ ਉਸ ਤੋਂ ਉਪਰੰਤ ਭਾਈ ਧਰਮ ਸਿੰਘ ਜੀ ਨੇ ਸੀਸ ਭੇਟ ਕੀਤਾ ਸੀ। ਦਇਆ ਅਤੇ ਧਰਮ ਜਿੱਥੇ ਮਿਲ ਜਾਣ, ਹਿੰਮਤ ਆਪੇ ਹੀ ਆ ਜਾਂਦੀ ਹੈ। ਹਿੰਮਤ ਸਿੰਘ ਜੀ ਨੇ ਜਦ ਸੀਸ ਵਾਰਿਆ ਤਾਂ ਸਾਹਿਬ ਸਿੰਘ ਸਾਹਿਬ ਬਣ ਕੇ ਪੇਸ਼ ਹੋਏ। ਜਿੱਥੇ ਸਾਹਿਬ ਆਪ ਆ ਜਾਵੇ ਤਾਂ ਮੋਹਕਮ ਦੀ ਪ੍ਰਾਪਤੀ ਹੁੰਦੀ ਹੈ। ਤਦੋਂ ਹੀ ਆਖਰੀ ਪਿਆਰਾ ਭਾਈ ਮੋਹਕਮ ਸਿੰਘ ਜੀ ਨੇ ਆਪਣਾ ਸੀਸ ਅਰਪਣ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪ੍ਰਮਾਣ ਇਸ ਦੀ ਪ੍ਰੌੜਤਾ ਕਰਦੇ ਹਨ ਕਿ ਦਇਆ ਹਰ ਗੁਰਸਿੱਖ ਦਾ ਪਹਿਲਾ ਫਰਜ਼ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਧੌਲ ਧਰਮ ਦਇਆ ਕਾ ਪੂਤ। ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋਂ, ਤੋ ਕਿਉ ਮੁਰਗੀ ਮਾਰੈ। ਕਬੀਰ ਖੂਬ ਖਾਨਾ ਖੀਚਰੀ, ਜਾ ਮਹਿ ਅੰਮ੍ਰਿਤ ਲੌਨ। ਹੇਰਾ ਰੋਟੀ ਕਾਰਨੇ, ਗਲਾ ਕਟਾਵੈ ਕੌਣ। ਇਹੋ ਜਿਹੇ ਅਨੇਕਾਂ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਿਲਦੇ ਹਨ, ਅਤੇ ਇਹਨਾਂ ਦੀ ਸੇਧ ਵਿੱਚ ਹਰ ਗੁਰਸਿੱਖ ਨੂੰ ਚੱਲਣਾ ਬਣਦਾ ਹੈ। ਸਾਡੇ ਇਤਿਹਾਸਕਾਰਾਂ ਨੇ ਅਨੇਕਾਂ ਹੀ ਗਲਤ ਗੱਲਾਂ ਲਿਖ ਕੇ ਸਾਨੂੰ ਔਜੜੇ ਰਾਹ ਪਾਇਆ ਹੋਇਆ ਹੈ, ਕਿਉਂਕਿ ਜੋ ਵੀ ਬੰਦਾ ਕੋਈ ਅਯੋਗ ਕੰਮ ਕਰਦਾ ਹੋਵੇ, ਉਸ ਨੂੰ ਸਹੀ ਸਾਬਤ ਕਰਨ ਲਈ ਆਪਣੇ ਗੁਰੂਆਂ ਦੇ ਸਿਰ ਮੜ ਕੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦਾ ਯਤਨ ਕਰਦਾ ਹੈ। ਜੇਕਰ ਕੋਈ ਅਫੀਮ ਖਾਂਦਾ ਸੀ ਜਾਂ ਭੰਗ ਪੀਂਦਾ ਸੀ, ਉਸ ਨੇ ਲਿਖ ਮਾਰਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਜਦ ਸਿੰਘਾਂ ਨੂੰ ਜੰਗ ਵਿੱਚ ਭੇਜਦੇ ਸਨ, ਤੇ ਇੱਕ ਇੱਕ ਪਿਆਲਾ ਭੰਗ ਦਾ ਤੇ ਥੋੜ੍ਹੀ ਅਫੀਮ ਖਵਾ ਕੇ ਤੋਰਦੇ ਸਨ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਫੀਮੀ ਤੇ ਭੰਗੀ ਨੇ ਕੀ ਲੜਾਈ ਲੜਨੀ ਹੈ। ਸਾਧ ਸੰਗਤ ਜੀ, ਇਹ ਲੇਖ ਸੋਢੀ ਹਰਭਜਨ ਸਿੰਘ ਜੀ ਦਾ ਹੈ, ਜੋ ਕਿ ਦਾਸ ਆਪ ਜੀ ਦੇ ਸਨਮੁਖ ਰੱਖ ਰਿਹਾ ਹੈ। ਉਹ ਕਹਿੰਦੇ ਹਨ ਕਿ ਦਾਸ ਨੇ ਇੱਕ ਵਾਰੀ ਧਰਮਸ਼ਾਲਾ ਸ਼ਹਿਰ ਦੇ ਗੁਰਦੁਆਰੇ 'ਚ ਕਥਾ ਕੀਤੀ। ਮਗਰੋਂ ਕਿਸੇ ਸੱਜਣ ਦੇ ਘਰ ਉਸ 'ਤੇ ਵਿਚਾਰ ਹੋਣਾ ਸੀ। ਸਾਰੀ ਸੰਗਤ ਉੱਥੇ ਪੁੱਜ ਗਈ। ਉੱਥੇ ਕਿਸੇ ਮਾਸਖੋਰੇ ਨੇ ਮੇਰੇ 'ਤੇ ਪ੍ਰਸ਼ਨ ਕੀਤਾ ਕਿ ਕੀ ਮਾਸ ਇੱਕ ਸਿੱਖ ਲਈ ਖਾਣਾ ਜਾਇਜ਼ ਹੈ ਕਿ ਨਹੀਂ। ਸੋ ਦਾਸ ਨੇ ਕਿਹਾ ਕਿ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਉਹ ਕਹਿਣ ਲੱਗੇ, ਮੈਂ ਰਾਤ ਮਾਸ ਖਾ ਕੇ ਗੁਰਦੁਆਰੇ ਆ ਗਿਆ ਸਾਂ, ਇੱਥੇ ਤੁਹਾਡੀ ਕਥਾ ਸੁਣੀ ਅਤੇ ਮੇਰੇ ਮਨ ਵਿੱਚ ਕੋਈ ਵੀ ਵਿਕਾਰ ਪੈਦਾ ਨਹੀਂ ਹੋਇਆ। ਸਾਫ਼ ਜ਼ਾਹਿਰ ਹੈ ਕਿ ਇਸ ਦੇ ਖਾਣ ਵਿੱਚ ਕੋਈ ਹਰਜ਼ ਨਹੀਂ। ਦਾਸ ਨੇ ਕਿਹਾ ਕਿ ਵਿਕਾਰਾਂ ਦਾ ਪਤਾ ਇਸ ਤਰ੍ਹਾਂ ਨਹੀਂ ਲੱਗਦਾ। ਕਿਰਪਾ ਕਰਕੇ ਅੱਜ ਅੰਮ੍ਰਿਤ ਵੇਲੇ ਉੱਠ ਕੇ ਸਣੇ ਕੇਸੀ ਇਸ਼ਨਾਨ ਕਰਨਾ
ਅਤੇ ਫਿਰ ਭਜਨ ਵਿੱਚ ਬੈਠ ਜਾਣਾ, ਦੇਖਣਾ ਕਿ ਤੁਹਾਡਾ ਮਨ ਕਿੰਨਾ ਕੁ ਟਿਕਾਅ ਵਿੱਚ ਰਹਿੰਦਾ ਹੈ, ਅਤੇ ਫਿਰ ਕੱਲ੍ਹ ਰਾਤ ਸਾਦਾ ਖਾਣਾ ਖਾ ਕੇ ਭਜਨ ਵਿੱਚ ਬੈਠਣਾ। ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਮਨ ਕਿੰਨਾ ਕੁ ਟਿਕਿਆ ਹੈ। ਸੱਚਮੁੱਚ ਹੀ ਉਹ ਸਿੰਘ ਦੂਜੇ ਦਿਨ ਆਇਆ ਅਤੇ ਕਹਿਣ ਲੱਗਾ ਕਿ ਸੱਚਮੁੱਚ ਹੀ ਮਾਸ ਖਾਣ ਨਾਲ ਮਨ ਨਹੀਂ ਟਿਕਿਆ। ਤਦੇ ਹੀ ਕਿਸੇ ਨੇ ਕਿਹਾ ਹੈ, ਜੈਸਾ ਅੰਨ ਤੈਸਾ ਮਨ। ਕਈ ਸਿੱਖ ਇਹ ਵੀ ਬਹਾਨਾ ਬਣਾਉਂਦੇ ਹਨ ਕਿ ਮਾਸ ਖਾਣ ਨਾਲ ਬੰਦਾ ਵਧੇਰੇ ਤਾਕਤ ਹਾਸਲ ਕਰਦਾ ਹੈ, ਜੋ ਬਿਲਕੁਲ ਝੂਠ ਹੈ। ਜਗਤ ਪ੍ਰਸਿੱਧ ਪਹਿਲਵਾਨ ਕਿੱਕਰ ਸਿੰਘ ਮਾਸਾਹਾਰੀ ਸੀ। ਪਿੰਡ ਵਲਟੋਹੇ ਦਾ ਇੱਕ ਪਹਿਲਵਾਨ ਫਤਿਹ ਸਿੰਘ ਮਾਸ, ਅੰਡਾ ਅਤੇ ਮੱਛੀ ਬਿਲਕੁਲ ਨਹੀਂ ਸੀ ਖਾਂਦਾ ਅਤੇ ਨਾ ਹੀ ਸ਼ਰਾਬ ਪੀਂਦਾ ਸੀ। ਉਹ ਐਡਾ ਤਾਕਤਵਰ ਸੀ ਕਿ ਕਈ ਵਾਰੀ ਉਸਨੇ ਕਿੱਕਰ ਸਿੰਘ ਦੀ ਵੀਣੀ ਫੜ ਲੈਣੀ ਤੇ ਕਹਿਣਾ ਕਿ ਭਲਵਾਨਾ ਇਸ ਨੂੰ ਛੁਡਾ। ਅੱਗੋਂ ਕਿੱਕਰ ਸਿੰਘ ਨੇ ਨਿਮਰਤਾ ਨਾਲ ਕਹਿਣਾ ਕਿ ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ। ਹੋਰ ਦੇਖੋ, ਮਾਸਖੋਰੇ ਜਿੰਨੇ ਵੀ ਜਾਨਵਰ ਹਨ, ਕੁਦਰਤ ਨੇ ਉਹਨਾਂ ਦੇ ਦੰਦ ਤਿੱਖੇ ਬਣਾਏ ਹਨ। ਮਾਸਖੋਰੇ ਪੰਛੀਆਂ ਦੀਆਂ ਚੁੰਝਾਂ ਵਿੰਗੀਆਂ ਹਨ ਅਤੇ ਮਾਸਖੋਰੇ ਜਾਨਵਰਾਂ ਦੇ ਦੰਦ ਚਪਟੇ ਤੇ ਚੁੰਝਾਂ ਸਿੱਧੀਆਂ ਹਨ। ਬੰਦੇ ਦੇ ਦੰਦ ਪਰਮਾਤਮਾ ਨੇ ਚਪਟੇ ਬਣਾਏ ਹਨ, ਕਿਉਂਕਿ ਇਹ ਘਾਸਖੋਰਾ ਹੈ। ਇੱਕ ਢਕੌਂਸਲਾ ਕਈਆਂ ਨੇ ਬਣਾਇਆ ਹੋਇਆ ਹੈ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਉਹ ਕਹਿੰਦੇ ਹਨ ਕਿ ਅੰਨ ਵਿੱਚ ਜੀਵ ਹੁੰਦੇ ਹਨ। ਇਹਨੂੰ ਵੀ ਛੱਡ ਦੇਣਾ ਚਾਹੀਦਾ ਹੈ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਆਪਣੀ ਸ਼ਕਤੀ ਦੇਣ ਲਈ ਘਾਸਖੋਰਿਆਂ ਲਈ ਸਬਜ਼ੀਆਂ, ਭਾਜੀਆਂ, ਦਾਲਾਂ, ਅੰਨ ਬਣਾਇਆ ਹੈ ਤੇ ਉਹਨਾਂ ਦੀ ਵਰਤੋਂ ਜਾਇਜ਼ ਰੱਖੀ ਹੈ। ਇੱਕ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਹਾਰ ਦੀ ਵਾਰ ਵਿੱਚ ਲਿਖਿਆ ਹੈ, ਜਿਸ ਵਿੱਚ ਮਾਸ ਦਾ ਜ਼ਿਕਰ ਆਉਂਦਾ ਹੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਾਹੇ ਪਾਪ ਸਮਾਣੇ। ਇਸ ਤੁਕ ਦੀ ਵੀ ਦੁਰਵਰਤੋਂ ਕੀਤੀ ਜਾਂਦੀ ਹੈ ਕਿ ਮਾਸਾਹਾਰੀ ਕਹਿੰਦੇ ਹਨ, ਮਹਾਰਾਜ ਨੇ ਕਿਹਾ ਹੈ ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ। ਉਹ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਨੇ ਖਾਣ ਵਾਲੇ ਮਾਸ ਦਾ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਬੰਦੇ ਦੀ ਦੇਹ ਨੂੰ ਹੀ ਮਾਸ ਕਿਹਾ ਹੈ। ਮਾਂ ਨੂੰ ਮਾਸ ਕਿਹਾ ਹੈ, ਇਸਤਰੀ ਨੂੰ ਮਾਸ ਕਿਹਾ ਹੈ, ਪਿਓ ਨੂੰ ਮਾਸ ਕਿਹਾ ਹੈ, ਪੁੱਤਰ ਨੂੰ ਮਾਸ ਕਿਹਾ ਹੈ, ਮਾਂ ਦੇ ਮੰਮੇ ਨੂੰ ਮਾਸ ਕਿਹਾ ਹੈ। ਇਹ ਉਹ ਮਾਸ ਹੈ ਜਿਸ ਨਾਲ ਸਾਡੇ ਧੀਆਂ, ਪੁੱਤਰ, ਸਕੇ ਸੰਬੰਧੀ, ਦੋਸਤ, ਮਿੱਤਰ ਬਣੇ ਹੋਏ ਹਨ। ਸਭ ਨੂੰ ਮਾਸੋਂ ਸਕੇ ਸਾਕ ਰਿਸ਼ਤੇ ਹੀ ਲਿਖਿਆ ਹੈ, ਜੋ ਕਿ ਪੰਡਤ ਨੂੰ ਸਮਝਾਉਣ ਖਾਤਰ ਹੀ ਆਖਿਆ ਗਿਆ ਸੀ। ਜੇਕਰ ਗੁਰੂ ਸਾਹਿਬ ਹਰਿਦੁਆਰ ਜਾ ਕੇ ਪੰਡਤ ਨੂੰ ਸਮਝਾਉਣ ਦੀ ਖਾਤਰ ਪੱਛਮ ਵੱਲ ਪਾਣੀ ਸੁੱਟ ਕੇ ਉਹਨਾਂ ਦੀਆਂ ਅੱਖਾਂ ਖੋਲ੍ਹਦੇ ਹਨ, ਤਾਂ ਕਿ ਕੋਈ ਸਿੰਘ ਜਾਂ ਸਿੱਖ ਇਸ ਤੋਂ ਇਹ ਅੰਦਾਜ਼ਾ ਲਾ ਲਵੇ ਕਿ ਸਿੱਖਾਂ ਨੂੰ ਵੀ ਪਾਣੀ ਪੱਛਮ ਵੱਲ ਦੇਣਾ ਚਾਹੀਦਾ ਹੈ, ਇਹ ਉਹਨਾਂ ਦੀ ਭੁੱਲ ਹੋਵੇਗੀ। ਵਿਆਹ ਸ਼ਾਦੀਆਂ 'ਤੇ ਅਸੀਂ ਪ੍ਰਾਹੁਣਾਚਾਰੀ ਦੀ ਖਾਤਰ ਸ਼ਰਾਬ ਤੇ ਮਾਸ ਦੀ ਦੁਰਵਰਤੋਂ ਕਰਦੇ ਹਾਂ। ਇੱਕ ਪਾਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਤੇ ਨਾਲ ਦੇ ਸ਼ਮਿਆਨੇ ਹੇਠਾਂ ਜਾਨਵਰਾਂ ਦਾ ਕਤਲ ਕੀਤਾ ਜਾਂਦਾ ਹੈ ਕਿ ਉਹਨਾਂ ਦੀਆਂ ਦੁੱਖ ਭਰੀਆਂ ਆਵਾਜ਼ਾਂ ਕੀਰਨੇ ਗੁਰਬਾਣੀ ਦੇ ਕੀਰਤਨ ਨੂੰ ਦਬਾਉਂਦੇ ਨਹੀਂ। ਉਹਨਾਂ ਦੀਆਂ ਗਰਦਨਾਂ ਵੱਢ ਕੇ ਬੋਟੀ-ਬੋਟੀ ਕਰਕੇ ਖਾਈਏ ਤਾਂ ਦੱਸੋ ਉਹਨਾਂ ਦੇ ਮਨਾਂ 'ਚੋਂ ਵੱਧ ਦੁਆਵਾਂ ਨਿਕਲਣਗੀਆਂ ਜਾਂ ਅਸੀਸਾਂ ਨਿਕਲਣਗੀਆਂ। ਅੱਜ ਕੱਲ੍ਹ ਰਿਵਾਜ਼ ਬਣ ਗਿਆ ਹੈ ਕਿ ਸਾਡੀਆਂ ਲਾਵਾਂ ਦੁਪਹਿਰ ਨੂੰ ਹੋਣ ਲੱਗ ਪਈਆਂ ਹਨ। ਸਵੇਰੇ ਬਰਾਤੀ ਜਦੋਂ ਘਰ ਤੋਂ ਚੱਲਦੇ ਹਨ ਤਾਂ ਰੱਜ ਕੇ ਸ਼ਰਾਬ ਪੀ ਲੈਂਦੇ ਹਨ, ਕਿਉਂਕਿ ਰਾਹ ਵਿੱਚ ਢੁਕਾ 'ਤੇ ਉਹਨਾਂ ਨੇ ਨੱਚਣਾ ਹੁੰਦਾ ਹੈ ਤੇ ਜਦ ਤੱਕ ਘੁੱਟ ਅੰਦਰ ਨਹੀਂ ਜਾਂਦੀ ਪੈਰ ਉੱਠਦਾ ਹੀ ਨਹੀਂ, ਭੰਗੜਾ ਪੈਂਦਾ ਹੀ ਨਹੀਂ। ਸ਼ਰਾਬੀ ਜਦ ਮਿਲਣੀ ਕਰਦੇ ਹਨ ਤਾਂ ਅਸੀਂ ਗੁਰਬਾਣੀ ਦੇ ਕੀਰਤਨ ਦੁਆਰਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਕਹਿੰਦੇ ਹਾਂ, ਹਮ ਘਰ ਸਾਜਨ ਆਏ। ਇਹ ਕਹਿ ਕੇ ਨਿਵਾਜਦੇ ਹਾਂ, ਕਿਉਂ ਨਾ ਅਸੀਂ ਇਹ ਪੜ੍ਹਿਆ ਕਰੀਏ ਕਿ ਹਮ ਘਰ ਨਾਚੇ ਆਏ ਮਹਾਰਾਜਾ, ਕਿਉਂਕਿ ਨਾਚੇ ਸਾਡੇ ਸੱਜਣ ਨਹੀਂ ਹੋ ਸਕਦੇ। ਸੋਢੀ ਹਰਭਜਨ ਸਿੰਘ ਜੀ ਲਿਖਦੇ ਹਨ ਕਿ ਇੱਕ ਹੋਰ ਗੱਲ ਲਿਖਣੋਂ ਦਾਸ ਸੰਕੋਚ ਨਹੀਂ ਕਰੇਗਾ ਕਿ ਉਹ ਇਹ ਹੈ ਕਿ ਮੇਰੇ ਪਾਸ ਕਈ ਬੱਚੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਵਿਆਹ ਤੋਂ ਬਾਅਦ ਕਈ ਸਾਲ ਬੱਚਾ ਨਹੀਂ ਹੁੰਦਾ। ਜਦੋਂ ਪੜਚੋਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿਸੇ ਪ੍ਰੇਤ ਨੇ
ਉਸ ਨੂੰ ਪਕੜ ਕੀਤੀ ਹੁੰਦੀ ਹੈ। ਪੁੱਛਣ 'ਤੇ ਉਹ ਕਹਿੰਦਾ ਹੈ ਕਿ ਮੈਂ ਇਸ ਦਾ ਯੋਗਪਤੀ ਹਾਂ। ਉਹ ਕਿਸ ਤਰ੍ਹਾਂ? ਉਹ ਕਹਿੰਦਾ ਹੈ ਕਿ ਜਿਸ ਵੇਲੇ ਲਾਵਾਂ ਫੇਰੇ ਹੁੰਦੇ ਹਨ, ਮੈਂ ਵੀ ਨਾਲ ਬੈਠ ਕੇ 4 ਭੌਟਣੀਆਂ ਲੈ ਲੈਂਦਾ ਹਾਂ। ਹੁਣ ਮੈਂ ਹੈਰਾਨੀ ਨਾਲ ਪੁੱਛਦਾ ਹਾਂ ਕਿ ਤੂੰ ਤਾਂ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਉੱਥੇ ਖੜੋ ਹੀ ਨਹੀਂ ਸਕਦਾ। ਇਹ ਸਭ ਝੂਠ ਹੈ। ਉਹ ਜਵਾਬ ਦਿੰਦਾ ਹੈ ਕਿ ਮਾਸ ਖਾਣ ਵਾਲਿਆਂ ਸਿੱਖਾਂ ਨੂੰ ਮੈਂ ਯਾਨੀ ਕਿ ਪ੍ਰੇਤ ਅਸੀਸਾਂ ਦਿੰਦਾ ਹਾਂ ਅਤੇ ਕਹਿੰਦਾ ਹਾਂ ਕਿ ਉਹ ਜਿਉਂਦੇ ਜਾਗਦੇ ਰਹਿਣ ਅਤੇ ਮੇਰੇ ਕੰਮ ਵਿੱਚ ਰੁਕਾਵਟ ਨਾ ਪਵੇ। ਸਿੱਖ ਬਰਾਤੀ ਜਦੋਂ ਘਰੋਂ ਚੱਲਦੇ ਹਨ ਤਾਂ ਸ਼ਰਾਬ ਦੀ ਬੋਤਲ ਦਾ ਸ਼ਗਨ ਕਰਦੇ ਹਨ। ਫਿਰ ਜਦ ਉਹ ਨਾਸ਼ਤੇ ਲਈ ਬੈਠਦੇ ਹਨ, ਉਹਨਾਂ ਨੂੰ ਮੱਛੀਆਂ, ਡੱਡੀਆਂ, ਕਲੇਜੀਆਂ ਤੇ ਆਮਲੇਟਾਂ ਨਾਲ ਰਜਾਇਆ ਜਾਂਦਾ ਹੈ। ਇੱਥੋਂ ਤੱਕ ਕਿ ਕੀਰਤਨ ਕਰਨ ਵਾਲੇ ਰਾਗੀ ਵੀ ਆਪਣਾ ਹੱਕ ਸਮਝ ਕੇ ਬਰਾਤੀਆਂ ਨਾਲ ਬੈਠ ਕੇ ਇਹ ਸਭ ਕੁਝ ਛਕਦੇ ਹਨ। ਇਹ ਸਭਾ ਹੀ ਸ਼ਰਾਬੀਆਂ ਦੀ ਹੋਈ ਤੇ ਮੈਨੂੰ ਉੱਥੇ ਕੌਣ ਰੋਕ ਸਕਦਾ ਹੈ? ਪ੍ਰੇਤ ਕਹਿੰਦਾ ਹੈ ਮੈਂ ਸੂਫੀਆਂ, ਨਾਮ ਰਸੀਆਂ ਤੇ ਸ਼ਾਕਾਹਾਰੀ ਸੰਗਤ ਵਿੱਚ ਜਾ ਨਹੀਂ ਸਕਦਾ। ਉੱਥੇ ਮੈਨੂੰ ਗੁਰਬਾਣੀ ਅੱਗ ਦੀ ਤਰ੍ਹਾਂ ਸਾੜਦੀ ਹੈ, ਪਰ ਮਾਸਖੋਰਿਆਂ ਦੀ ਸੰਗਤ ਮੈਨੂੰ ਆਦਰ ਤੇ ਸਤਿਕਾਰ ਦਿੰਦੀ ਹੈ। ਇਸ ਲਈ ਮੈਂ ਇਹਨਾਂ ਪ੍ਰਤੱਖ ਉਦਾਹਰਨਾਂ ਦੁਆਰਾ ਸਾਰੇ ਸਿੱਖ ਜਗਤ ਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਧੀਆਂ ਭੈਣਾਂ ਦੇ ਬਚਾਵ ਦੀ ਖਾਤਰ ਵਿਆਹ ਸ਼ਾਦੀਆਂ ਵਿੱਚ ਬਿਲਕੁਲ ਹੀ ਮਾਸ ਦੀ ਵਰਤੋਂ ਨਾ ਕਰਨ, ਨਹੀਂ ਤਾਂ ਅੰਤ ਨੂੰ ਪਛਤਾਉਣਾ ਪਵੇਗਾ। ਸਾਨੂੰ ਮਾਸ ਦਾ ਚਸਕਾ ਪਿਆ ਹੋਇਆ ਹੈ। ਜਦ ਕਦੀ ਕਿਸੇ ਵੀਰ ਜਾਂ ਭੈਣ ਨੂੰ ਕੋਈ ਔਕੜ ਆ ਬਣਦੀ ਹੈ ਤਾਂ ਉਹ ਮੇਰੇ ਪਾਸ ਉਸ ਦਾ ਹੱਲ ਲੱਭਣ ਲਈ ਆਉਂਦੇ ਹਨ, ਤੇ ਜਦ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਅਮਕੇ ਸ਼ਬਦ ਦਾ 40 ਕਰ ਲਵੋ, ਤੁਹਾਨੂੰ ਫਲ ਪ੍ਰਾਪਤ ਹੋਵੇਗਾ ਅਤੇ ਔਕੜ ਦੂਰ ਹੋ ਜਾਏਗੀ। 40 ਦਿਨ ਵਾਸਤੇ ਉਹਨਾਂ ਦੀ ਸ਼ਰਾਬ ਕਬਾਬ ਖਾਣੇ ਬੰਦ ਕੀਤੇ ਜਾਂਦੇ ਹਨ ਅਤੇ ਉਹ ਦੁਖੀ ਹੋ ਕੇ ਕਹਿੰਦੇ ਹਨ ਕਿ ਅਸੀਂ ਇੱਕ ਦਿਹਾੜੇ ਮਾਸ ਨਾ ਖਾਈਏ ਤਾਂ ਸਾਡਾ ਮੂੰਹ ਬੁੱਸ ਜਾਂਦਾ ਹੈ। ਅਖੀਰ ਤੇ ਦਾਸ ਇਹੀ ਬੇਨਤੀ ਕਰਦਾ ਹੈ ਕਿ ਇਸ ਚਸਕੇ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਨਾਮ ਅਭਿਆਸੀਆਂ ਲਈ ਇਹ ਜ਼ਹਿਰ ਹੈ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ, ਕਹਿ ਘਟ ਨਾਮ ਨਿਵਾਸ। ਇੱਕ ਹੋਰ ਗੱਲ ਚੇਤੇ ਆ ਗਈ ਕਿ ਜਿਹੜੇ ਹੋਟਲਾਂ ਵਿੱਚ ਬੈਠ ਕੇ ਮਾਸ ਖਾਂਦੇ ਹਨ, ਉਹਨਾਂ ਲਈ ਕੀ ਪ੍ਰੂਫ ਹੈ ਕਿ ਉਹ ਝਟਕਾ ਖਾ ਰਹੇ ਹਨ ਜਾਂ ਹਲਾਲ? ਦਰਅਸਲ ਹੋਟਲ ਵਿੱਚ ਮਾਸ ਖਾਣ ਵਾਲਾ ਸਿੱਖ ਕਦੀ ਵੀ ਛਾਤੀ 'ਤੇ ਹੱਥ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਹਲਾਲ ਨਹੀਂ ਖਾਂਦਾ। ਸੋ ਸੰਗਤ ਆਪ ਹੀ ਅੰਦਾਜ਼ਾ ਲਾ ਸਕਦੀ ਹੈ ਕਿ ਮਾਸ ਖਾਣਾ ਕਿੰਨਾ ਕੁ ਭੈੜਾ ਹੈ। ਇਸ ਤੋਂ ਬਚਣ ਲਈ ਸਾਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।